ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ, ਉਹਨਾਂ ਦੇ ਜੀਵਨ ਯਾਤਰਾ ਇਤਿਹਾਸ ਦੇ ਬਾਰੇ ਚੱਲ ਰਹੇ ਲੜੀਵਾਰ ਪ੍ਰਕਰਣ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਕਿ ਜਿਸ ਵੇਲੇ ਔਰੰਗਜ਼ੇਬ ਦਾ ਭੇਜਿਆ ਹੋਇਆ ਦੀਵਾਨ ਪਰਸਰਾਮ ਗੁਰੂ ਦਰਬਾਰ ਦੇ ਵਿੱਚ ਆਉਂਦਾ ਹੈ ਤੇ ਦਿੱਲੀੋਂ ਚੱਲਣ ਤੋਂ ਪਹਿਲਾਂ ਉਹ ਮਿਰਜ਼ਾ ਜੈ ਸਿੰਘ ਨੂੰ ਮਿਲਦਾ ਹੈ। ਮਿਰਜ਼ਾ ਜੈ ਸਿੰਘ ਉਸ ਨੂੰ ਸਮਝਾਉਂਦੇ ਨੇ ਕਿ ਤੂੰ ਗੁਰੂ ਦਰਬਾਰ ਦੇ ਵਿੱਚ ਜਾਣਾ ਹੈ ਤੇ ਅਦਬ ਦੀ ਰਵਾਇਤ ਨੂੰ ਕਾਇਮ ਰੱਖਣਾ ਹੈ। ਔਰ ਅੱਗੇ ਜਾ ਕੇ ਜਦੋਂ ਅਸੀਂ ਵੇਖਾਂਗੇ ਤਾਂ ਸਾਨੂੰ ਉਸ ਤੋਂ ਲੱਗਦਾ ਹੈ ਕਿ ਮਿਰਜ਼ਾ ਜੈ ਸਿੰਘ ਨੇ ਕੇਵਲ ਤੇ ਕੇਵਲ ਦੀਵਾਨ ਪਰਸਰਾਮ ਨੂੰ ਸਮਝਾਇਆ ਹੀ ਨਹੀਂ, ਬਲਕਿ ਜਿਹੜੀ ਚਿੱਠੀ ਔਰੰਗਜ਼ੇਬ ਨੇ ਦਿੱਤੀ, ਜਿਸ ਦਾ ਜ਼ਿਕਰ ਸਾਨੂੰ ਇਤਿਹਾਸਕ ਸਰੋਤਾਂ ਦੇ ਵਿੱਚ ਮਹਿਮਾ ਪ੍ਰਕਾਸ਼ ਦੇ ਵਿੱਚ ਮਿਲਦਾ ਹੈ ਕਿ ਔਰੰਗਜ਼ੇਬ ਨੇ ਕਿਹਾ ਕਿ ਮੈਨੂੰ ਤੁਹਾਡੇ ਦੀਦਾਰ ਕਰਨ ਦੀ ਚਾਹ ਹੈ, ਲਿਖਤੀ ਪੱਤਰੀ ਭੇਜੀ। ਉਹਦੇ ਨਾਲ ਇੱਕ ਚਿੱਠੀ ਜਿਹੜੀ ਹੈ ਉਹ ਮਿਰਜ਼ਾ ਜੈ ਸਿੰਘ ਦੇ ਵੱਲੋਂ ਵੀ ਆਈ। ਉਹ ਉਸ ਗੱਲ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਜਦੋਂ ਦੀਵਾਨ ਪਰਸਰਾਮ ਆ ਕੇ ਭਾਈ ਗੁਰਦਿੱਤਾ ਜੀ ਜਿਹੜੇ ਬਾਬਾ ਬੁੱਢਾ ਜੀ ਦੇ ਪੋਤਰਾ ਨੇ ਉਹਨਾਂ ਨੂੰ ਮਿਲਦੇ ਨੇ ਤੇ ਔਰੰਗਜ਼ੇਬ ਦੀ ਖਾਹਿਸ਼ ਦੱਸਦੇ ਨੇ ਕਿ ਉਹ ਗੁਰੂ ਸਾਹਿਬ ਦੇ ਦੀਦਾਰ ਕਰਨਾ ਚਾਹੁੰਦਾ ਹੈ, ਤਾਂ ਉਸ ਵੇਲੇ ਬਾਬਾ ਗੁਰਦਿੱਤਾ ਜੀ ਗੁਰੂ ਸਾਹਿਬ ਦੇ ਨਾਲ ਵਿਚਾਰ ਕਰਦੇ ਨੇ ਤੇ ਗੁਰੂ ਸਾਹਿਬ ਬਾਬਾ ਗੁਰਦਿੱਤਾ ਜੀ ਨਾਲ, ਜਿਹੜੇ ਭਾਈ ਗੁਰਦਿੱਤਾ ਜੀ ਬਾਬਾ ਬੁੱਢਾ ਦੇ ਜੀ ਦੇ ਪੋਤਰਾ ਜੀ, ਉਹਨਾਂ ਦੇ ਨਾਲ ਵਿਚਾਰ ਕਰਨ ਤੋਂ ਬਾਅਦ ਇਹ ਕਹਿੰਦੇ ਨੇ ਕਿ ਜਿਹੜੀ ਇਹ ਚਿੱਠੀ ਔਰੰਗਜ਼ੇਬ ਦੇ ਵੱਲੋਂ ਤੇ ਮਿਰਜ਼ਾ ਜੈ ਸਿੰਘ ਦੇ ਵੱਲੋਂ ਆਈ ਹੈ, ਇਹ ਕੱਲ ਸਾਰੀ ਸੰਗਤ ਦੇ ਵਿੱਚ ਪੜ੍ਹੀ ਜਾਵੇਗੀ ਤੇ ਸੰਗਤ ਦੇ ਵਿੱਚ ਹੀ ਵਿਚਾਰ ਹੋਵੇਗੀ ਕਿ ਇਹਨਾਂ ਆਈਆਂ ਹੋਈਆਂ ਚਿੱਠੀਆਂ ਦੇ ਵਿੱਚ ਜਿਹੜੀ ਬਾਦਸ਼ਾਹ ਦੇ ਵੱਲੋਂ ਦਰਖਾਸਤ ਕੀਤੀ ਗਈ ਹੈ ਕਿ ਮੈਂ ਤੁਹਾਡੇ ਦੀਦਾਰ ਕਰਨਾ ਚਾਹੁੰਦਾ ਹਾਂ, ਇਹਦੇ ਉੱਪਰ ਸਾਡਾ ਫੈਸਲਾ ਕੀ ਹੋਵੇਗਾ। ਅਗਲੇ ਦਿਨ ਦੀਵਾਨ ਲੱਗਦਾ ਹੈ ਤੇ ਦੋਵੇਂ ਚਿੱਠੀਆਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਨੇ। ਔਰੰਗਜ਼ੇਬ ਦੀ ਚਿੱਠੀ ਜਿਸ ਦੇ ਵਿੱਚ ਉਸਨੇ ਗੁਰੂ ਸਾਹਿਬ ਦੇ ਦੀਦਾਰ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ ਤੇ ਉਸ ਤੋਂ ਇਲਾਵਾ ਮਿਰਜ਼ਾ ਜੈ ਸਿੰਘ ਦਾ ਸੰਦੇਸ਼ ਜਿਸ ਦੇ ਵਿੱਚ ਉਸਨੇ ਕਿਹਾ ਹੈ ਕਿ ਮੈਂ ਤੇ ਦਿੱਲੀ ਦੀ ਸੰਗਤ ਗੁਰੂ ਦੇ ਦੀਦਾਰ ਕਰਨ ਦੇ ਵਾਸਤੇ ਬਹਿਬਲ ਹਾਂ। ਸਾਡੇ ਕਾਵ ਸਰੋਤਾਂ ਦੇ ਵਿੱਚ ਬਹੁਤ ਵਿਸਥਾਰ ਦੇ ਨਾਲ ਇਸ ਸਾਰੇ ਘਟਨਾਕ੍ਰਮ ਦਾ ਤੇ ਚਿੱਠੀਆਂ ਦੀ ਇਬਾਰਤ ਦਾ ਕਾਵ ਰੂਪ ਦੇ ਵਿੱਚ ਜ਼ਿਕਰ ਜਿਹੜਾ ਹੈ ਉਹ ਮਿਲ ਜਾਂਦਾ ਹੈ। ਗੁਰੂ ਸਾਹਿਬ ਨੇ ਸਾਰੀ ਗੱਲਬਾਤ ਨੂੰ ਸੁਣਿਆ। ਉਸ ਸੰਗਤ ਦੇ ਵਿੱਚ ਭਾਈ ਮਨੀ ਰਾਮ ਜੀ, ਜਿਹੜੇ ਬਾਅਦ ਦੇ ਵਿੱਚ ਭਾਈ ਮਨੀ ਸਿੰਘ ਬਣ ਕੇ ਸ਼ਹਾਦਤ ਦਿੰਦੇ ਨੇ, ਦਰਗਾਹੀ ਮੱਲ ਜੀ, ਭਾਈ ਗੁਰਦਿੱਤਾ ਜੀ, ਬਿੰਨਾ ਉੱਪਲ ਜੀ ਤੇ ਅੜੂ ਰਾਮ ਜੀ, ਇਹ ਸਾਰੇ ਹੀ ਬੈਠੇ ਹੋਏ ਨੇ। ਇਹਨਾਂ ਸਾਰਿਆਂ ਦੇ ਨਾਲ ਸਲਾਹ ਮਸ਼ਵਰਾ ਹੁੰਦਾ ਹੈ। ਸਲਾਹ ਮਸ਼ਵਰਾ ਕਰਨ ਤੋਂ ਬਾਅਦ ਗੁਰੂ ਸਾਹਿਬ ਦਾ ਦੀਵਾਨ ਪਰਸਰਾਮ ਨੂੰ ਜਵਾਬ ਹੈ ਔਰੰਗਜ਼ੇਬ ਦੀ ਚਿੱਠੀ ਦੇ ਬਾਰੇ, ਪਹਿਲੀ ਚਿੱਠੀ ਦੇ ਬਾਰੇ। ਉਹ ਕਹਿੰਦੇ ਨੇ, ਨਹਿ ਮਲੇਸ਼ ਕੋ ਦਰਸ਼ਨ ਦੇਹ ਹੋਏ ਸਮੀਪ ਕਬਹੂ ਨ ਲੇਹ, ਇਹ ਨੇਮ ਪਿਤ ਕੀਨ ਹਮਾਰੇ ਹਮ ਭੀਜੇ ਹਿਰਦੇ ਉਰ ਧਾਰੇ। ਕਿ ਮਲੇਸ਼ ਨੂੰ ਦਰਸ਼ਨ, ਭਾਵ ਕਿ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੱਤੇ ਜਾਣਗੇ ਤੇ ਨਾ ਹੀ ਉਸ ਦੇ ਨਾਲ ਨੇੜੇ ਹੋ ਕੇ ਕੋਈ ਮੇਲ ਮਿਲਾਪ ਕੀਤਾ ਜਾਵੇਗਾ। ਮੇਰੇ ਪਿਤਾ ਦਾ ਵੀ ਇਹੀ ਜ਼ਿੰਦਗੀ ਦੇ ਵਿੱਚ ਨੇਮ ਰਿਹਾ ਹੈ ਕਿ ਉਹ ਵੀ ਇਸ ਤਰ੍ਹਾਂ ਦੇ ਸ਼ਾਹੀ ਸੱਦੇ ਦੇ ਉੱਪਰ ਨਹੀਂ ਸੀ ਗਏ। ਇਸੇ ਤਰ੍ਹਾਂ ਦੇ ਨਾਲ ਉਸੇ ਪਰੰਪਰਾ ਨੂੰ ਮੈਂ ਨਿਭਾਉਣਾ ਹੈ ਕਿਉਂਕਿ ਆਪਣੇ ਪਿਤਾ ਦੀ ਬਖਸ਼ੀ ਹੋਈ ਗੁਰਤਾ ਗੱਦੀ ਦੇ ਉੱਪਰ ਜ਼ਿੰਮੇਵਾਰੀ ਮੇਰੀ ਹੈ ਤੇ ਉਹਨਾਂ ਦੇ ਨੇਮ ਨੂੰ ਨਿਭਾਉਣਾ ਮੇਰਾ ਫਰਜ਼ ਹੈ। ਸੋ ਉਸ ਨੂੰ ਮਿਲਣ ਵਾਸਤੇ ਨਹੀਂ ਜਾਇਆ ਜਾ ਸਕਦਾ। ਹੁਣ ਦੂਸਰੀ ਗੱਲ ਆਉਂਦੀ ਹੈ ਕਿ ਦੀਵਾਨ ਪਰਸਰਾਮ ਕਹਿੰਦਾ ਹੈ ਕਿ ਮਿਰਜ਼ਾ ਜੈ ਸਿੰਘ ਨੇ ਜਿਹੜੀ ਬੇਨਤੀ ਕੀਤੀ ਹੈ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ। ਗੁਰੂ ਸਾਹਿਬ ਸਾਰੀ ਸੰਗਤ ਦੇ ਨਾਲ ਵਿਚਾਰ ਕਰਦੇ ਨੇ ਤੇ ਇਸ ਚੱਲਦੀ ਵਿਚਾਰ ਦੇ ਵਿੱਚ ਹੀ ਦੀਵਾਨ ਪਰਸਰਾਮ ਕਹਿੰਦਾ ਹੈ ਕਿ ਜੇਕਰ ਤੁਸੀਂ ਜੈ ਸਿੰਘ ਦੀ ਬੇਨਤੀ ਦੇ ਉੱਪਰ ਦਿੱਲੀ ਜਾਂਦੇ ਹੋ ਤਾਂ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣਾ ਜਾਂ ਨਾ ਮਿਲਣਾ ਉਹ ਤੁਹਾਡੀ ਮਰਜ਼ੀ ਹੈ। ਮਿਲਣਾ ਜਾਂ ਨਾ ਮਿਲਣਾ ਉਹ ਤੁਹਾਡੀ ਮਰਜ਼ੀ ਹੈ, ਪਰ ਤੁਹਾਡੀ ਰਿਹਾਇਸ਼ ਦਾ ਪ੍ਰਬੰਧ ਮਿਰਜ਼ਾ ਜੈ ਸਿੰਘ ਦੇ ਬੰਗਲੇ ਦੇ ਵਿੱਚ ਕੀਤਾ ਜਾਵੇਗਾ ਤੇ ਉੱਥੇ ਤੁਸੀਂ ਜਿਸ ਨੂੰ ਮਿਲਣਾ ਹੈ, ਸੰਗਤ ਨੂੰ ਦੀਦਾਰ ਦੇਣੇ ਨੇ, ਉਹ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਦੇ ਸਕਦੇ ਹੋ। ਹੁਣ ਇਸ ਪੇਸ਼ਕਸ਼ ਦੇ ਉੱਪਰ ਵੀ ਵਿਚਾਰ ਹੁੰਦੀ ਹੈ ਤੇ ਇਸ ਸਾਰੀ ਪੇਸ਼ਕਸ਼ ਦੇ ਉੱਪਰ ਵਿਚਾਰ ਕਰਨ ਤੋਂ ਬਾਅਦ ਦੀਵਾਨ ਪਰਸਰਾਮ ਨੂੰ ਇਹ ਸੁਨੇਹਾ ਦੇ ਦਿੱਤਾ ਜਾਂਦਾ ਹੈ ਕਿ ਮੈਂ ਦਿੱਲੀ ਜਾਵਾਂਗਾ। ਗੁਰੂ ਸਾਹਿਬ ਕਹਿੰਦੇ ਨੇ
ਮੈਂ ਦਿੱਲੀ ਜਾਵਾਂਗਾ ਤੇ ਸਿੱਖ ਸੰਗਤਾਂ ਦੇ ਵਾਸਤੇ ਉਹਨਾਂ ਨੂੰ ਦਰਸ਼ਨ ਦਿਦਾਰੇ ਦੇਣ ਦੇ ਵਾਸਤੇ, ਨਾ ਕਿ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ। ਸੰਗਤਾਂ ਦੇ ਵਿੱਚ ਇਹ ਗੱਲ ਤਕਰੀਬਨ ਜਿਹੜੀ ਹੈ ਉਹ ਫੈਲ ਜਾਂਦੀ ਹੈ ਕਿ ਗੁਰੂ ਸਾਹਿਬ ਨੇ ਜਿਹੜਾ ਉਹ ਦਿੱਲੀ ਜਾਣਾ ਹੈ। ਔਰ ਉਹਨਾਂ ਸਮਿਆਂ ਦੇ ਵਿੱਚ ਜਦੋਂ ਇਹ ਸਾਰੀ ਚਰਚਾ ਚੱਲ ਰਹੀ ਹੁੰਦੀ ਹੈ ਤੇ ਉਦੋਂ ਗੁਰੂ ਸਾਹਿਬ ਵੱਖ-ਵੱਖ ਵਿਅਕਤੀਆਂ ਦੇ ਕੋਲੋਂ ਵਿਚਾਰ ਵੀ ਲੈਂਦੇ ਨੇ। ਇਤਿਹਾਸਕ ਸਰੋਤਾਂ ਦੇ ਵਿੱਚ ਪੜ੍ਹੋ, ਕੁਝ ਵਿਚਾਰ ਐਸੇ ਲੋਕ ਵੀ ਦਿੰਦੇ ਨੇ ਕਿ ਸਾਨੂੰ ਬਾਦਸ਼ਾਹ ਦੇ ਨਾਲ ਵਿਗਾੜਨੀ ਨਹੀਂ ਚਾਹੀਦੀ। ਕੁਝ ਕਹਿੰਦੇ ਨੇ ਕਿ ਬਾਦਸ਼ਾਹ ਦੇ ਨਾਲ ਮਿਲ ਕੇ ਸਿੱਖੀ ਦਾ ਪ੍ਰਚਾਰ ਵੱਧ ਹੋ ਸਕਦਾ ਹੈ। ਕੁਝ ਸ਼ੰਕਾ ਜ਼ਾਹਰ ਕਰਦੇ ਨੇ ਕਿ ਇਹ ਸਭ ਕੁਝ ਰਾਮ ਰਾਜ ਦਾ ਕੀਤਾ ਕਰਾਇਆ ਹੋ ਰਿਹਾ ਹੈ। ਕੁਝ ਸ਼ੰਕਾ ਕਰਦੇ ਨੇ ਕਿ ਜੇਕਰ ਤੁਸੀਂ ਬਾਦਸ਼ਾਹ ਨੂੰ ਨਹੀਂ ਮਿਲਦੇ ਤਾਂ ਬਾਦਸ਼ਾਹ ਆਪਣੇ ਜਰਨੈਲਾਂ ਦੇ ਰਾਹੀਂ ਕੀਰਤਪੁਰ ਸਾਹਿਬ ਦੇ ਉੱਪਰ ਹਮਲਾ ਕਰਵਾ ਸਕਦਾ ਹੈ। ਕੁਝ ਸ਼ੰਕਾ ਜ਼ਾਹਰ ਕਰਦੇ ਨੇ ਕਿ ਜੇਕਰ ਬਾਦਸ਼ਾਹ ਦੀ ਗੱਲ ਦੀ ਅਵੱਗਿਆ ਕੀਤੀ ਜਾਂਦੀ ਹੈ ਤਾਂ ਉਹ ਕਤਲ ਵੀ ਕਰਵਾ ਸਕਦਾ। ਭਾਵ ਕਿ ਸੰਗਤ ਦੇ ਵਿੱਚੋਂ ਬੜੇ ਖੁੱਲ੍ਹੇ ਦਿਲ ਦੇ ਨਾਲ ਸਾਰੇ ਵੱਖ-ਵੱਖ ਵਿਚਾਰ ਲਏ ਜਾਂਦੇ ਨੇ ਤੇ ਸਾਰੇ ਵਿਚਾਰ ਲੈਣ ਤੋਂ ਬਾਅਦ ਦੋਹਾਂ ਆਈਆਂ ਹੋਈਆਂ ਚਿੱਠੀਆਂ ਨੂੰ ਸੰਗਤ ਦੇ ਵਿੱਚ ਪੜ੍ਹਨ ਤੋਂ ਉਪਰੰਤ ਇਹ ਫੈਸਲਾ ਲਿਆ ਜਾਂਦਾ ਹੈ ਕਿ ਗੁਰੂ ਸਾਹਿਬ ਦਿੱਲੀ ਜਾਣਗੇ ਪਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਨਹੀਂ ਜਾਣਗੇ। ਗੁਰੂ ਸਾਹਿਬ ਦਿੱਲੀ ਪਹੁੰਚਦੇ ਨੇ। ਮਿਰਜ਼ਾ ਜੈ ਸਿੰਘ ਗੁਰੂ ਸਾਹਿਬ ਨੂੰ ਲੈਣ ਵਾਸਤੇ ਆਉਂਦਾ ਹੈ। ਰਸਤੇ ਦੇ ਵਿੱਚ ਵਾਪਰੀਆਂ ਘਟਨਾਵਾਂ ਉਹਨਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਗੁਰੂ ਸਾਹਿਬ ਕੀਰਤਪੁਰ ਸਾਹਿਬ ਤੋਂ ਤੁਰਦੇ ਨੇ ਤੇ ਰੋਪੜ ਉਹਨਾਂ ਨੂੰ ਕੁਛ ਚਿਰ ਰੁਕਣਾ ਪੈਂਦਾ ਹੈ, ਕਿਉਂਕਿ ਜਿਸ ਵੇਲੇ ਗੁਰੂ ਸਾਹਿਬ ਨਿਕਲਦੇ ਨੇ ਤਾਂ ਇੱਕ ਕਾਸਤ ਸੁਨੇਹਾ ਦੇਣ ਵਾਲਾ ਆ ਜਾਂਦਾ ਹੈ ਕਿ ਕਾਬਲ ਦੀ ਸੰਗਤ ਗੁਰੂ ਸਾਹਿਬ ਦੇ ਦੀਦਾਰ ਕਰਨ ਵਾਸਤੇ ਆ ਰਹੀ ਹੈ। ਸੋ ਉਸ ਸੰਗਤ ਦੀ ਉਡੀਕ ਕਰਨ ਦੇ ਵਾਸਤੇ ਗੁਰੂ ਸਾਹਿਬ ਨੂੰ ਉੱਥੇ ਰੁਕਣਾ ਪੈਂਦਾ ਹੈ। ਸੰਗਤ ਨੂੰ ਦਰਸ਼ਨ ਦਿਦਾਰੇ ਦੇਣ ਤੋਂ ਬਾਅਦ ਤੇ ਕੁਝ ਸੰਗਤ ਨੂੰ ਵਾਪਸ ਭੇਜਣ ਤੋਂ ਬਾਅਦ ਗੁਰੂ ਸਾਹਿਬ ਦਿੱਲੀ ਵੱਲ ਨੂੰ ਚੱਲ ਪੈਂਦੇ ਨੇ। ਰਸਤੇ ਦੇ ਵਿੱਚ ਜਿੱਥੇ ਜਿੱਥੇ ਗਏ ਨੇ ਅਨੇਕਾਂ ਪੜਾਵਾਂ ਦੇ ਉੱਪਰ ਗੁਰੂ ਸਾਹਿਬਾਨ ਦੀ ਯਾਦ ਦੇ ਵਿੱਚ ਜਿਹੜੇ ਨੇ ਉਹ ਗੁਰਧਾਮ ਬਣੇ ਹੋਏ ਨੇ। ਅਗਲਾ ਵੱਡਾ ਪੜਾਅ ਜਿਹੜਾ ਜਿੱਥੇ ਵੱਧ ਸਮਾਂ ਰੁਕਦੇ ਨੇ ਉਹ ਹੈ ਪੰਜੋਖਰਾ ਸਾਹਿਬ, ਜਿਸ ਨੂੰ ਅੱਜ ਗੁਰਦੁਆਰਾ ਪੰਜੋਖਰਾ ਸਾਹਿਬ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ, ਪਿੰਡ ਪੰਜੋਖਰਾ। ਉੱਥੇ ਕੁਝ ਸਮਾਂ ਬਾਕੀ ਪੜਾਵਾਂ ਦੇ ਨਾਲੋਂ ਵੱਧ ਰੁਕਣ ਦਾ ਪ੍ਰਯੋਜਨ ਇਹ ਸੀ ਕਿ ਕਸ਼ਮੀਰ ਤੋਂ ਸੰਗਤ ਆ ਰਹੀ ਸੀ। ਜਦੋਂ ਕਾਸਦ ਨੇ ਆ ਕੇ ਸੁਨੇਹਾ ਦਿੱਤਾ ਕਿ ਕਸ਼ਮੀਰ ਤੋਂ ਜਿਹੜੀ ਸੰਗਤ ਹੈ ਉਹ ਵਹੀਰ ਦੇ ਰੂਪ 'ਚ ਗੁਰੂ ਸਾਹਿਬ ਦੇ ਦੀਦਾਰ ਕਰਨ ਵਾਸਤੇ ਆ ਰਹੀ ਹੈ, ਤੇ ਗੁਰੂ ਸਾਹਿਬ ਉੱਥੇ ਕੁਝ ਸਮਾਂ ਵੱਧ ਰੁਕੇ, ਸੰਗਤ ਦਾ ਇੰਤਜ਼ਾਰ ਕੀਤਾ, ਉਹਨਾਂ ਦੇ ਨਾਲ ਵਿਖਿਆਨ, ਕਥਾ ਵਿਚਾਰ, ਸ਼ਬਦ ਵਿਚਾਰ ਸਾਂਝੀ ਕੀਤੀ, ਸੰਗਤ ਨੂੰ ਦਿਲਾਸਾ ਦਿੱਤਾ, ਭਵਿੱਖ ਦੇ ਪ੍ਰੋਗਰਾਮ ਦੇ ਬਾਰੇ ਦੱਸਿਆ ਤੇ ਸੰਗਤ ਨੂੰ ਵਾਪਸ ਜਾਣ ਦੀ ਬੇਨਤੀ ਵੀ ਉੱਥੋਂ ਹੀ ਕੀਤੀ। ਉੱਥੇ ਹੀ ਘਟਨਾ ਹੁੰਦੀ ਹੈ ਛੱਜੂ ਝੀਰ ਵਾਲੀ ਤੇ ਲਾਲਚੰਦ ਪੰਡਤ ਵਾਲੀ। ਲਾਲਚੰਦ ਪੰਡਤ, ਇਹਦੇ ਬਾਰੇ ਜੇਕਰ ਤੁਸੀਂ ਪ੍ਰਾਤਨ ਸਰੋਤਾਂ ਦੇ ਵਿੱਚ ਪੜ੍ਹੋ ਨਾ ਤੇ ਇੱਕ ਗੱਲ ਆਉਂਦੀ ਹੈ ਕਿ ਇੱਕ ਦਿਜ ਦੂਜ ਵਿਦਿਆ ਸ਼ੁੱਧ, ਇੱਕ ਤਾਂ ਬ੍ਰਾਹਮਣ ਤੇ ਦੂਜਾ ਗਿਆਨਵਾਨ। ਬੰਦੇ ਨੂੰ ਹੰਕਾਰ ਕਿਉਂ ਨਾ ਹੋਵੇ, ਇੱਕ ਸਭ ਤੋਂ ਉੱਚੀ ਜਾਤ ਬ੍ਰਾਹਮਣ ਤੇ ਇੱਕ ਸਭ ਤੋਂ ਵੱਧ ਗਿਆਨ, ਸਾਰੇ ਵੇਦ ਸ਼ਾਸਤਰ ਪ੍ਰਾਣ ਉਪਨਿਸ਼ਦ ਸਭ ਕੁਝ ਪੜ੍ਹਿਆ ਹੋਵੇ, ਕਹਿੰਦੇ ਫਿਰ ਅਹੰਕਾਰ ਕਿਉਂ ਨਾ ਹੋਵੇ। ਉਸੇ ਅਹੰਕਾਰ ਦੇ ਵਿੱਚੋਂ ਹੀ ਉਹ ਸੰਗਤ ਦੇ ਵਿੱਚ ਇਹ ਗੱਲ ਫੈਲਾਉਂਦਾ ਹੈ ਕਿ ਜਿਹੜਾ ਤੁਹਾਡਾ ਗੁਰੂ ਆਇਆ ਹੈ, ਆਜੂ ਛੋਟੀ ਜੀ, ਨਾਮ ਹਰਿਕ੍ਰਿਸ਼ਨ, ਤੇ ਕ੍ਰਿਸ਼ਨ ਜੀ ਨੇ ਤਾਂ ਯੁੱਧ ਦੇ ਖੇਤਰ ਦੇ ਵਿੱਚ ਗੀਤਾ ਉਚਾਰ ਦਿੱਤੀ ਸੀ, ਇਸ ਨੂੰ ਗੀਤਾ ਦੇ ਬਾਰੇ ਕੁਝ ਗਿਆਨ ਵੀ ਹੈ। ਹੁਣ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਅਨਪੜ੍ਹ ਸਨ। ਗੁਰੂ ਸਾਹਿਬ ਨੇ ਗਣਿਤ ਦੀ ਵਿਦਿਆ ਦਰਗਾਹੀ ਮਲ ਤੇ ਬਿੰਨਾ ਉੱਪਲ ਜੀ ਦੇ ਕੋਲੋਂ ਲਈ। ਗੁਰੂ ਸਾਹਿਬ ਨੇ ਸੰਸਕ੍ਰਿਤ ਦੀ ਵਿਦਿਆ ਭਾਈ ਅੜੂ ਰਾਮ ਜੀ ਦੇ ਕੋਲੋਂ ਲਈ। ਭਾਈ ਅੜੂ ਰਾਮ ਜੀ ਉਹੀ ਨੇ ਜਿਹੜੇ ਪੰਡਿਤ ਨਰਾਇਣ ਦੱਤ ਦੇ ਪਰਿਵਾਰ ਦੇ ਵਿੱਚੋਂ ਨੇ, ਤੇ ਅੜੂ ਰਾਮ ਜੀ ਦਾ ਬੇਟਾ ਕਿਰਪਾ ਰਾਮ ਸੀਗਾ ਜਿਹੜਾ ਕਸ਼ਮੀਰ ਦੇ ਪੰਡਤਾਂ ਦੀ ਫਰਿਆਦ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆਇਆ ਸੀ ਤੇ ਚਮਕੌਰ ਦੀ ਗੜੀ ਦੇ ਵਿੱਚ ਕਿਰਪਾ ਸਿੰਘ ਬਣ ਕੇ ਸ਼ਹੀਦ ਹੋਇਆ ਸੀ। ਸੋ ਕਿਰਪਾ ਸਿੰਘ ਜਿਹੜੇ ਪਹਿਲਾਂ ਕਿਰਪਾ ਰਾਮ ਦੱਤ ਨੇ, ਉਹਨਾਂ ਦੇ ਪਿਤਾ ਅੜੂ ਰਾਮ ਜੀ, ਉਹਨਾਂ ਦੇ ਕੋਲੋਂ ਸੰਸਕ੍ਰਿਤ ਦੀ ਵਿਦਿਆ ਤੇ ਸ਼ਸਤਰ ਵਿਦਿਆ ਭਾਈ ਗੁਰਦਿੱਤਾ ਜੀ ਜਿਹੜੇ ਬਾਬਾ ਬੁੱਢਾ ਜੀ ਦੇ ਪੁੱਤਰੇ ਨੇ। ਸੋ ਗੁਰੂ ਸਾਹਿਬ ਨੂੰ ਸ਼ਸਤਰ ਤੇ ਸ਼ਾਸਤਰ ਵਿਦਿਆ ਦਾ ਪੂਰਾ ਗਿਆਨ ਸੀ, ਪਰ ਗੁਰੂ ਸਾਹਿਬ ਨੇ ਜਵਾਬ ਆਪ ਨਹੀਂ ਦਿੱਤਾ। ਗੁਰੂ ਸਾਹਿਬ ਨੇ ਕਿਹਾ ਕਿ ਲਾਲ ਚੰਦ ਨੂੰ ਦਰਬਾਰ ਦੇ ਵਿੱਚ ਬੁਲਾ ਦਿਓ ਤੇ ਉਸ ਵਿਅਕਤੀ ਨੂੰ ਲੈ ਕੇ ਆਓ
ਜਿਹੜਾ ਇਸ ਪਿੰਡ ਦਾ ਐਸਾ ਵਿਅਕਤੀ ਹੋਵੇ ਜਿਹਦੇ ਕੋਲ ਕਿਸੇ ਵੀ ਤਰ੍ਹਾਂ ਦੇ ਅਰਥ ਕਰਨ ਦੀ ਸਮਰੱਥਾ ਬਾਰੇ ਕੋਈ ਆਸ ਹੀ ਨਹੀਂ ਰੱਖੀ ਜਾ ਸਕਦੀ। ਸਾਡੇ ਪ੍ਰਾਤਨ ਸਰੋਤਾਂ ਦੇ ਵਿੱਚ ਗੱਲ ਆਉਂਦੀ ਹੈ, ਗੂੰਗਾ ਤੇ ਬੋਲਾ ਛੱਜੂ ਝੀਰ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਆਉਂਦਾ ਹੈ, ਜਾਂ ਸਿੱਖਾਂ ਦੇ ਕਹਿਣ ਦੇ ਉੱਪਰ ਲਿਆਂਦਾ ਗਿਆ। ਸਾਡੇ ਪ੍ਰਾਤਨ ਸਾਰੇ ਸਰੋਤਾਂ ਦੇ ਵਿੱਚ ਗੂੰਗਾ ਤੇ ਬੋਲਾ ਹੀ ਹੈ। ਨਵੀਨਤਮ ਇਤਿਹਾਸਕਾਰਾਂ ਨੇ ਇਸ ਨੂੰ ਕਿਹਾ ਹੈ ਕਿ ਨਹੀਂ, ਗੂੰਗੇ ਦੇ ਕੋਲੋਂ ਅਰਥ ਨਹੀਂ ਕਰਾਏ ਕਿਉਂਕਿ ਇਹ ਕਰਾਮਾਤ ਹੈ। ਕਹਿਣ ਤੋਂ ਭਾਵ ਉਹਨਾਂ ਦਾ ਇਹ ਹੈ ਕਿ ਗੂੰਗਾ ਤੇ ਬੋਲਾ ਦਾ ਭਾਵ ਇਹ ਸੀ ਕਿ ਪੁਰਾਣੇ ਸਮਿਆਂ ਦੇ ਵਿੱਚ ਸ਼ਾਸਤਰਾਂ ਦੇ ਅਨੁਸਾਰ ਜੇਕਰ ਕੋਈ ਸ਼ੂਦਰ ਪਰਮਾਤਮਾ ਦਾ ਨਾਮ ਲੈਂਦਾ ਸੀ ਤੇ ਉਹਦੀ ਜ਼ੁਬਾਨ ਕੱਟ ਦਿੱਤੀ ਜਾਂਦੀ ਸੀ, ਨਾਮ ਸੁਣਦਾ ਸੀ ਤੇ ਕੰਨਾਂ ਤੋਂ ਬੋਲਾ ਕਰ ਦਿੱਤਾ ਜਾਂਦਾ ਸੀ। ਉਹਨਾਂ ਨੇ ਗੂੰਗਾ ਤੇ ਬੋਲਾ ਸ਼ਾਸਤਰਾਂ ਦੇ ਗਿਆਨ ਤੋਂ ਹੀਣੇ ਮਨੁੱਖ ਨੂੰ ਕਿਹਾ। ਪਰ ਮੈਂ ਸਮਝਦਾ ਕਿ ਜਿਸ ਤਰ੍ਹਾਂ ਦੀ ਚਰਚਾ ਹੁੰਦੀ ਹੈ, ਜਿਸ ਚਰਚਾ ਦੇ ਵਿੱਚ ਛੱਜੂ ਝੀਰ ਬੈਠ ਕੇ ਸਭ ਤੋਂ ਪਹਿਲਾਂ ਲਾਲ ਚੰਦ ਨੂੰ ਸਵਾਲ ਹੀ ਪੁੱਛਦਾ ਹੈ ਕਿ ਤੇਰੀ ਚਰਚਾ ਕਰਨ ਦੀ ਪ੍ਰਵਿਰਤੀ ਕਿਸ ਸ਼ਾਸਤਰ ਦੇ ਵਿੱਚ ਹੈ, ਵੀ ਤੂੰ ਕਿਹੜੇ ਸ਼ਾਸਤਰ ਦੇ ਵਿੱਚੋਂ ਮੇਰੇ ਨਾਲ ਚਰਚਾ ਕਰਨੀ ਹੈ। ਇਹਦੇ ਤੋਂ ਵੱਡੀ ਕਰਾਮਾਤ ਹੋਰ ਕੀ ਹੋ ਸਕਦੀ। ਗੁਰੂ ਸਮਰੱਥ ਹੈ, ਗੁਰੂ ਸਾਹਿਬ ਦੇ ਉੱਪਰ ਤਾਂ ਕਿੰਤੂ ਜਾਂ ਸ਼ੰਕਾ ਤਾਂ ਕੀਤਾ ਹੀ ਨਹੀਂ ਜਾ ਸਕਦਾ। ਗੁਰੂ ਸਮਰੱਥ ਹੈ, ਇਹਦੇ ਤੋਂ ਵੱਡੀ ਕਰਾਮਾਤ ਹੋਰ ਕੀ ਹੋ ਸਕਦੀ ਹੈ ਕਿ ਉਹ ਕਹਿ ਰਿਹਾ ਕਿ ਤੂੰ ਦੱਸ ਤੇਰੀ ਪ੍ਰਵਿਰਤੀ ਕਿਸ ਸ਼ਾਸਤਰ ਦੇ ਵਿੱਚ ਹੈ, ਤੂੰ ਕਿਹੜੇ ਸ਼ਾਸਤਰ ਦੇ ਵਿੱਚੋਂ ਚਰਚਾ ਕਰਨੀ ਹੈ। ਉਹ ਕਹਿੰਦਾ ਗੀਤਾ ਦੇ ਵਿੱਚੋਂ, ਕਿਉਂਕਿ ਮਸਲਾ ਗੀਤਾ ਦਾ ਚੱਲ ਰਿਹਾ ਸੀ। ਸ੍ਰੀ ਕ੍ਰਿਸ਼ਨ ਨੇ ਉਚਾਰੀ ਹੈ ਤੇ ਇੱਥੇ ਗੁਰੂ ਸਾਹਿਬ ਦੇ ਨਾਮ ਦੇ ਨਾਲ ਹਰਿ ਕ੍ਰਿਸ਼ਨ ਲੱਗਾ ਹੈ। ਇਤਿਹਾਸਕਾਰ ਕਹਿੰਦੇ ਨੇ ਕਿ ਉਸ ਨੇ ਗੀਤਾ ਦੇ ਵਿੱਚੋਂ 10 ਸ਼ੰਕੇ ਸਵਾਲਾਂ ਦੇ ਜਵਾਬ ਮੰਗੇ, ਜਿਨ੍ਹਾਂ ਦੇ 20 ਜਵਾਬ ਜਿਹੜੇ ਸੀਗੇ ਉਹ ਦਿੱਤੇ ਗਏ ਛੱਜੂ ਝੀਰ ਦੇ ਵੱਲੋਂ, ਭਾਵ ਕਿ 10 ਸ਼ੰਕੇ ਜ਼ਾਹਰ ਕੀਤੇ ਗਏ ਤੇ ਉਹਨਾਂ ਦੇ 2 ਪ੍ਰਮਾਣ ਦੇ ਕੇ ਉਸ ਦਾ ਜਵਾਬ ਦਿੱਤਾ ਗਿਆ। ਉਸ ਤੋਂ ਬਾਅਦ ਗੀਤਾ ਦੇ 700 ਸ਼ਲੋਕਾਂ ਦੇ ਵਿੱਚੋਂ ਔਖੇ ਤੋਂ ਔਖੇ ਸ਼ਲੋਕ ਜਿਹੜੇ ਸੀ ਉਹਨਾਂ ਦੀ ਵਿਆਖਿਆ ਦੇ ਬਾਰੇ ਚਰਚਾ ਚੱਲੀ ਤਾਂ ਛੱਜੂ ਝੀਰ ਜੀ ਨੇ ਸਾਰੇ ਹੀ ਉਸ ਦੇ ਜਵਾਬ ਜਿਹੜੇ ਉਹ ਦਿੱਤੇ। ਹਾਲਾਂਕਿ ਉਹਨਾਂ ਦੀ ਉਸ ਵੇਲੇ ਆਯੂ ਵੀ ਕਾਫੀ ਸੀ, ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਗੁਲਜ਼ਾਰੀ ਜੀ ਤੇ ਉਸ ਦੀ ਪਤਨੀ ਧੰਨੋ ਦੀ ਕੁੱਖ ਦੇ ਵਿੱਚੋਂ ਹਿੰਮਤ ਰਾਏ ਜੀ ਪੈਦਾ ਹੋਏ, ਜਿਹੜੇ 5 ਪਿਆਰਿਆਂ ਦੇ ਵਿੱਚ ਅੰਮ੍ਰਿਤ ਛਕ ਕੇ ਹਿੰਮਤ ਸਿੰਘ ਬਣਦੇ ਨੇ ਤੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਦੇ ਵਿੱਚ ਰਹਿੰਦੇ ਨੇ। ਖੈਰ, ਇਸ ਤੋਂ ਬਾਅਦ ਗੁਰੂ ਸਾਹਿਬ ਰਸਤੇ ਦੇ ਵਿੱਚੋਂ ਹੋਰ ਨਗਰਾਂ ਦੇ ਵਿੱਚ ਹੁੰਦੇ ਹੋਏ ਦਿੱਲੀ ਪਹੁੰਚਦੇ ਨੇ। ਉਹਨਾਂ ਦੀ ਰਿਹਾਇਸ਼ ਦਾ ਜਿਹੜਾ ਪ੍ਰਬੰਧ ਹੈ ਉਹ ਰਾਜਾ ਜੈ ਸਿੰਘ ਦੇ ਘਰ ਕੀਤਾ ਜਾਂਦਾ ਹੈ। ਬਾਦਸ਼ਾਹ ਔਰੰਗਜ਼ੇਬ, ਕੁਝ ਸਰੋਤਾਂ 'ਚ ਮਿਲਦਾ ਹੈ ਕਿ ਪਹਿਲਾਂ ਉਹ ਸੋਚਦਾ ਹੈ ਕਿ ਮੈਂ ਫਕੀਰ ਦਾ ਭੇਸ ਬਣਾ ਕੇ ਗੁਰੂ ਸਾਹਿਬ ਨੂੰ ਮਿਲਾਂ, ਕਿਉਂਕਿ ਉਦੋਂ ਤੱਕ ਉਸ ਨੂੰ ਦੀਵਾਨ ਪਰਸਰਾਮ ਦੇ ਰਾਹੀਂ ਇਹ ਖਬਰ ਪਹੁੰਚ ਚੁੱਕੀ ਸੀ ਕਿ ਗੁਰੂ ਸਾਹਿਬ ਤੇਰੇ ਦਰਬਾਰ ਦੇ ਵਿੱਚ ਨਹੀਂ ਆਉਣਗੇ। ਵੈਸੇ ਇੱਕ ਭੱਟਵਈ ਸਰੋਤ ਦੇ ਵਿੱਚ ਇਹ ਗੱਲ ਮਿਲਦੀ ਹੈ ਕਿ ਗੁਰੂ ਸਾਹਿਬ ਦੀ ਤੇ ਔਰੰਗਜ਼ੇਬ ਦੀ ਮੁਲਾਕਾਤ ਹੋਈ, ਪਰ ਕੋਈ ਜ਼ਿਆਦਾ ਪ੍ਰਮਾਣਿਕਤਾ ਇਸ ਕਰਕੇ ਨਹੀਂ ਹੈ ਕਿਉਂਕਿ ਜੇਕਰ ਗੁਰੂ ਸਾਹਿਬ ਦੀ ਤੇ ਔਰੰਗਜ਼ੇਬ ਦੀ ਮੁਲਾਕਾਤ ਹੋ ਗਈ ਹੁੰਦੀ ਤੇ ਮੇਰੇ ਖਿਆਲ ਦੇ ਨਾਲ, ਵੇਖੋ ਇਤਿਹਾਸ ਦੇ ਵਿੱਚ ਨਵੀਆਂ ਖੋਜਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਕਦੀ ਵੀ ਇਤਿਹਾਸ ਦੇ ਕਿਸੇ ਵੀ ਤੱਥ ਦੇ ਉੱਪਰ ਦਾਅਵਾ ਕਰਨਾ ਬਹੁਤ ਔਖਾ ਹੁੰਦਾ ਹੈ। ਜੇਕਰ ਇਹ ਮੁਲਾਕਾਤ ਹੋ ਗਈ ਹੁੰਦੀ ਤੇ ਸ਼ਾਇਦ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾ ਹੁੰਦੀ। ਇਹ ਸ਼ਾਇਦ ਹੈ, ਇਤਿਹਾਸ 'ਚ ਕਲਪਨਾ ਨਹੀਂ ਹੁੰਦੀ, ਪਰ ਇਸ ਨੂੰ ਮੰਨ ਕੇ ਚੱਲਿਆ ਜਾ ਸਕਦਾ ਹੈ। ਇਸ ਕਰਕੇ ਇੱਕ ਹਵਾਲੇ ਦੇ ਆਧਾਰ ਦੇ ਉੱਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਤੇ ਔਰੰਗਜ਼ੇਬ ਦੀ ਮੁਲਾਕਾਤ ਹੋਈ ਹੋਵੇਗੀ। ਪਰ ਇੰਨਾ ਜ਼ਰੂਰ ਸਾਡੇ ਸਾਰੇ ਸਰੋਤਾਂ 'ਚ, ਇੱਥੋਂ ਤੱਕ ਕਿ ਤਾਰੀਖੇ ਪੰਜਾਬ ਦੇ ਵਿੱਚ ਕਨ੍ਹਈਆ ਲਾਲ ਵੀ ਕਹਿੰਦਾ ਹੈ ਕਿ ਅੰਤ ਤੱਕ ਔਰੰਗਜ਼ੇਬ ਕੋਸ਼ਿਸ਼ ਕਰਦਾ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਲ ਮਿਲਾਪ ਜਾਂ ਕੋਈ ਮੁਲਾਕਾਤ ਜਾਂ ਕੋਈ ਵਾਰਤਾਲਾਪ ਹੋ ਸਕੇ। ਕਹਿੰਦਾ ਉਸ ਨੇ ਮਿਰਜ਼ਾ ਜੈ ਸਿੰਘ ਦੇ ਰਾਹੀਂ ਵੀ ਬਹੁਤ ਕੋਸ਼ਿਸ਼ ਕੀਤੀ, ਪਰ ਇਹ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਇਹਨਾਂ ਦੇ ਉੱਪਰ ਕੋਈ ਵੀ ਸਫਲਤਾ ਨਾ ਮਿਲ ਸਕੀ। ਇਸ ਦਾ ਮਤਲਬ ਗੁਰੂ ਸਾਹਿਬ ਦੀ ਤੇ ਔਰੰਗਜ਼ੇਬ ਦੀ ਮੁਲਾਕਾਤ ਨਹੀਂ ਹੋਈ। ਔਰੰਗਜ਼ੇਬ ਦੇ ਬਾਰੇ ਇੱਕ ਇਹ ਵੀ ਆਉਂਦਾ ਹੈ ਕਿ ਉਹ ਪਹਿਲਾਂ ਜਦੋਂ ਉਸ ਨੂੰ ਪਤਾ ਲੱਗ ਗਿਆ ਦੀਵਾਨ ਪਰਸਰਾਮ ਦੇ ਰਾਹੀਂ ਕਿ ਗੁਰੂ ਸਾਹਿਬ ਨੇ ਮੁਲਾਕਾਤ ਨਹੀਂ ਕਰਨੀ, ਤਾਂ ਉਹ ਫਕੀਰ ਦੇ ਭੇਸ ਦੇ ਵਿੱਚ ਮਿਲਣਾ ਚਾਹੁੰਦਾ ਸੀ। ਪਰ ਜਦੋਂ ਉਸ ਨੂੰ ਮਿਰਜ਼ਾ ਜੈ ਸਿੰਘ ਨੇ ਇਹ ਗੱਲ ਦੱਸ ਦਿੱਤੀ ਕਿ ਮੈਂ ਆਪਣੀ ਪਟਰਾਣੀ ਨੂੰ ਗੋਲੀਆਂ ਦੇ ਵਿੱਚ ਬਿਠਾਇਆ ਸੀ, ਗੋਲੀਆਂ ਦੇ ਕੱਪੜੇ ਪਵਾ ਕੇ, ਤੇ ਗੁਰੂ ਸਾਹਿਬ ਨੇ ਸ਼ਨਾਖਤ ਕਰ ਲਈ ਤੇ ਔਰੰਗਜ਼ੇਬ ਨੇ ਆਪਣੇ ਮਨ ਦੇ ਵਿੱਚੋਂ ਫਕੀਰ ਦੇ ਭੇਸ ਦੇ ਵਿੱਚ ਵੀ ਮਿਲਣ ਦਾ ਵਿਚਾਰ ਤਿਆਗ ਦਿੱਤਾ ਕਿ ਗੁਰੂ ਸਾਹਿਬ ਜਿਹੜੇ ਨੇ ਉਹ ਸਮਰੱਥ ਨੇ। ਇੱਕ ਸਰੋਤ ਦੇ ਵਿੱਚ ਇਹ ਵੀ ਮਿਲਦਾ ਹੈ ਕਿ ਔਰੰਗਜ਼ੇਬ ਨੇ ਆਪਣੇ ਬੇਟੇ ਨੂੰ ਗੁਰੂ ਸਾਹਿਬ ਦੇ ਨਾਲ ਮੁਲਾਕਾਤ ਕਰਨ ਵਾਸਤੇ ਭੇਜਿਆ ਤੇ ਗੁਰੂ ਸਾਹਿਬ ਲਈ ਕੁਝ ਖਿਡੌਣੇ ਭੇਜੇ, ਜਿਸ ਦਾ ਭਾਵ ਸੀ ਕਿ ਤੁਸੀਂ ਬਾਲ ਅਵਸਥਾ ਦੇ ਵਿੱਚੋਂ ਤੁਹਾਡੀ ਖੇਡਣ ਦੀ ਉਮਰ ਹੈ। ਤੇ ਗੁਰੂ ਸਾਹਿਬ ਨੇ
ਉਸ ਦੇ ਬੇਟੇ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਵਾਰਤਾਲਾਪ ਕੀਤੀ ਤੇ ਜਾਣ ਲੱਗਿਆਂ ਉਸ ਦੇ ਹੱਥ ਇੱਕ ਤਸਬੀਹ ਭੇਜ ਦਿੱਤੀ ਕਿ ਆਪਣੇ ਬਾਪ ਨੂੰ ਕਹਿ ਦੇਣਾ ਕਿ ਤੇਰੀ ਤਸਬੀਹ ਫੇਰਨ ਦੀ ਉਮਰ ਹੈ। ਉਸ ਤੋਂ ਬਾਅਦ ਇੱਕ ਚਿੱਠੀ ਦਾ ਜ਼ਿਕਰ ਵੀ ਕੁਝ ਸਰੋਤਾਂ ਦੇ ਵਿੱਚ ਮਿਲਦਾ ਹੈ ਕਿ ਔਰੰਗਜ਼ੇਬ ਨੇ ਆਪਣੇ ਕਿਸੇ ਕਾਸਦ ਦੇ ਹੱਥ ਚਿੱਠੀ ਭੇਜੀ ਤੇ ਗੁਰੂ ਸਾਹਿਬ ਨੇ ਉਹਦੇ ਜਵਾਬ ਦੇ ਵਿੱਚ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਦਾ ਫਾਰਸੀ ਅਨੁਵਾਦ ਕਰਕੇ ਭੇਜਿਆ। ਸੋ ਇੱਥੋਂ ਗੁਰੂ ਸਾਹਿਬ ਦੀ ਵਿੱਦਿਆ ਦੇ ਮਿਆਰ ਦਾ ਜਾਂ ਕਹਿ ਸਕਦੇ ਹੋ ਕਿ ਜਿਹੜੀ ਪਰਮਾਤਮਾ ਦੀ ਬਖਸ਼ਿਸ਼ ਹੈ ਉਹ ਆਪ ਨਿਰੰਕਾਰ ਸਨ, ਇਸ ਦਾ ਪਤਾ ਜਿਹੜਾ ਉਹ ਲੱਗ ਜਾਂਦਾ ਹੈ। ਇੱਕ ਸਰੋਤ ਦੇ ਵਿੱਚ ਇਹ ਵੀ ਜ਼ਿਕਰ ਮਿਲਦਾ ਹੈ ਕਿ ਜਿੱਥੇ ਜੈ ਸਿੰਘ ਦਾ ਬੰਗਲਾ, ਜਿੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਹੋਇਆ ਹੈ, ਉੱਥੇ ਗੁਰੂ ਸਾਹਿਬ ਝਰੋਖਾ ਦਰਸ਼ਨ ਦਰਵਾਜ਼ੇ ਦੇ ਵਿੱਚ ਬਾਰੀ ਦੇ ਵਿੱਚ ਬੈਠ ਕੇ ਸੰਗਤ ਨੂੰ ਦੀਦਾਰ ਕਰਵਾਉਣੇ, ਸੰਗਤ ਨੂੰ ਦਰਸ਼ਨ ਦੇਣੇ ਤੇ ਸੰਗਤ ਨੇ ਦੀਦਾਰ ਕਰਨੇ, ਝਰੋਖਾ ਦਰਸ਼ਨ ਕਰਿਆ ਕਰਦੇ ਸਨ। ਤੇ ਔਰੰਗਜ਼ੇਬ ਦੀ ਆਮਦ ਦਾ ਪਤਾ ਲੱਗਾ ਤੇ ਉਹ ਬਾਰੀ ਜਿਹੜੀ ਆ ਬੰਦ ਕਰਵਾ ਦਿੱਤੀ ਗਈ ਤੇ ਅੱਧੀ ਘੜੀ ਸਾਡੇ ਸਰੋਚਨ ਦਾ ਅੱਧੀ ਘੜੀ ਔਰੰਗਾ ਬਾਹਰ ਖੜਿਆ ਰਿਹਾ। ਅੱਧੀ ਘੜੀ ਦਾ ਭਾਵ ਹੈ 12 ਮਿੰਟ ਕਿ ਦੇਸ਼ ਦਾ ਬਾਦਸ਼ਾਹ 12 ਮਿੰਟ ਬੰਦ ਖਿੜਕੀ ਦੇ ਅੱਗੇ ਖੜਾ ਰਿਹਾ ਕਿ ਕਿਸੇ ਤਰ੍ਹਾਂ ਖੁੱਲੇ ਤੇ ਦੀਦਾਰ ਹੋ ਸਕਣ, ਪਰ ਉਹ ਵੀ ਦੀਦਾਰ ਨਾ ਹੋ ਸਕੇ। ਉਹਨਾਂ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਚੇਚਕ ਦੀ ਬਿਮਾਰੀ ਬਹੁਤ ਫੈਲੀ ਹੋਈ ਸੀ ਔਰ ਗੁਰੂ ਸਾਹਿਬ ਦੇ ਬਾਰੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਗੁਰੂ ਹਰ ਰਾਏ ਸਾਹਿਬ ਦਾ ਆਪਣਾ ਹੀ ਇੰਨਾ ਵੱਡਾ ਸ਼ਫਾਖਾਨਾ ਦਵਾਖਾਨਾ ਸੀ ਤੇ ਗੁਰੂ ਸਾਹਿਬ ਬਕਾਇਦਾ ਉੱਥੇ ਦਵਾਈਆਂ ਵੀ ਲੈ ਕੇ ਗਏ ਸੀ। ਚੇਚਕ ਦੇ ਬਾਰੇ ਦੋ ਗੱਲਾਂ ਬੜੀਆਂ ਅਹਿਮ ਨੇ। ਇੱਕ ਤਾਂ ਇਸ ਨੂੰ ਵੱਡੀ ਮਾਤਾ ਛੋਟੀ ਮਾਤਾ ਕਹਿ ਕੇ ਇਸ ਨੂੰ ਵਹਿਮ ਦੇ ਰੂਪ ਦੇ ਵਿੱਚ ਇਹਦੇ ਇਲਾਜ ਕੀਤੇ ਜਾਂਦੇ ਸੀ ਕਿ ਕੋਈ ਕਿਸੇ ਦੇਵਤੇ ਨੂੰ ਮਾਂ ਚੜਾਉਂਦਾ ਸੀ, ਕੋਈ ਕੱਚੀ ਲੱਸੀ ਚੜਾਉਂਦਾ ਸੀ, ਕੋਈ ਦੁੱਧ ਦੇ ਵਿੱਚ ਇਸ਼ਨਾਨ ਕਰਾਉਂਦਾ ਸੀ ਕਿ ਇਹ ਰੱਬ ਦੀ ਕਰੋਪੀ ਦੇ ਕਰਕੇ ਹੈ। ਗੁਰੂ ਸਾਹਿਬ ਇਸ ਨੂੰ ਸਰੀਰਕ ਬਿਮਾਰੀ ਦੇ ਰੂਪ ਦੇ ਵਿੱਚ ਲੈ ਰਹੇ ਸਨ। ਗੁਰੂ ਸਾਹਿਬ ਜਿੱਥੇ ਆਪਣੇ ਆਤਮਿਕ ਵਚਨਾਂ ਦੇ ਨਾਲ, ਆਪਣੇ ਪ੍ਰਵਚਨਾਂ ਦੇ ਨਾਲ ਉਹਨਾਂ ਦੁਖੀ ਲੋਕਾਂ ਦੇ ਹਿਰਦੇ ਸ਼ਾਂਤ ਕਰਦੇ ਸਨ, ਉੱਥੇ ਬਕਾਇਦਾ ਤੌਰ ਤੇ ਸ਼ਫਾਖਾਨੇ ਦੇ ਵਿੱਚੋਂ ਦਵਾਈਆਂ ਔਸ਼ਧੀਆਂ ਵੀ ਦਿੱਤੀਆਂ ਜਾਂਦੀਆਂ ਸਨ। ਤੁਸੀਂ ਇਤਿਹਾਸਕ ਸਰੋਤਾਂ 'ਚ ਪੜ੍ਹ ਕੇ ਵੇਖੋ ਕਿ ਇਹ ਛੂਤ ਦੀ ਬਿਮਾਰੀ ਹੋਣ ਕਰਕੇ ਗੁਰੂ ਸਾਹਿਬ ਹੱਥ ਦੇ ਵਿੱਚ ਰੁਮਾਲ ਵੀ ਰੱਖਦੇ ਸਨ ਤੇ ਸੰਗਤ ਨੂੰ ਰੁਮਾਲ ਦਿੰਦੇ ਵੀ ਸਨ ਕਿ ਸਫਾਈ ਦਾ ਵੱਧ ਤੋਂ ਵੱਧ ਧਿਆਨ ਰੱਖਿਆ ਜਾਵੇ। ਜਿਹੜੇ ਰਾਜੇ ਸੀ ਉਹਨਾਂ ਦੇ ਵਾਸਤੇ ਇਹ ਜਿਹੜੀ ਬਿਮਾਰੀ ਆ ਇਹ ਤਾਂ ਵਾਰ ਹੋਇਆ ਕਰਦੀ ਸੀ ਕਿਉਂਕਿ ਉਹ ਆਪਣੇ ਖਾਸ ਅਹਿਲਕਾਰਾਂ ਦੇ ਰਾਹੀਂ ਜਿਹੜੇ ਇਵੇਂ ਦੀ ਸਮਾਲ ਪੌਕਸ ਜਾਂ ਚਿਕਨ ਪੌਕਸ ਦੇ ਜਿਹੜੇ ਮਰੀਜ਼ ਹੁੰਦੇ ਸੀ ਉਹਨਾਂ ਦੇ ਸਰੀਰ ਨੂੰ ਕੱਪੜਾ ਲਵਾ ਕੇ ਸੰਭਾਲ ਕੇ ਰੱਖ ਲਿਆ ਕਰਦੇ ਸੀ ਤੇ ਆਪਣੇ ਦੁਸ਼ਮਣਾਂ ਨੂੰ ਮਾਰਨ ਦੇ ਵਾਸਤੇ ਉਹਦੇ ਤੋਂ ਹੀ ਕਿਲਰ ਖਿੱਲਤ, ਜਿਸ ਨੂੰ ਕਿਹਾ ਜਾਂਦਾ ਹੈ ਮਾਤਮੀ ਖਿੱਲਤ, ਮੌਤ ਦਾ ਚੌਲਾ, ਉਸੇ ਤੋਂ ਹੀ ਤਿਆਰ ਕੀਤਾ ਜਾਂਦਾ ਸੀਗਾ। ਇਸ ਕਰਕੇ ਜਿਹੜੇ ਬਾਦਸ਼ਾਹ ਸੀ ਉਹ ਇਵੇਂ ਦੀ ਬਿਮਾਰੀ ਨੂੰ ਤਾਂ ਆਪਣੇ ਵਾਸਤੇ ਸਮਝਦੇ ਸੀ ਕਿ ਰੱਬ ਦੀ ਇੱਕ ਤਰ੍ਹਾਂ ਦੀ ਨਿਆਮਤ ਹੈ ਕਿ ਦੁਸ਼ਮਣਾਂ ਨੂੰ ਮਾਰਨ ਦੇ ਵਾਸਤੇ ਉਹਨਾਂ ਦੇ ਕੋਲ ਇੱਕ ਹਥਿਆਰ ਆਇਆ ਹੈ। ਸੋ ਗੁਰੂ ਸਾਹਿਬ ਨੇ ਉੱਥੇ ਜਿਹੜੇ ਲੋਕ ਸੀ, ਦੁਖੀ ਸੀ, ਰੋਗੀ ਸੀ, ਉਹਨਾਂ ਦਾ ਜਿੱਥੇ ਦਵਾਈਆਂ ਦੇ ਨਾਲ, ਆਤਮਿਕ ਬਲ ਦੇ ਨਾਲ, ਰੂਹਾਨੀਅਤ ਦੇ ਨਾਲ, ਸ਼ਬਦ ਦੇ ਨਾਲ ਜਿੱਥੇ ਉਹਨਾਂ ਦਾ ਇਲਾਜ ਕੀਤਾ, ਉੱਥੇ ਨਾਲ ਨਾਲ ਲੋਕਾਂ ਨੂੰ ਦਰਸ਼ਨ ਦੀਦਾਰੇ ਜਿਹੜੇ ਸੀ ਉਹ ਵੀ ਦਿੱਤੇ। ਪਰ ਬਾਦਸ਼ਾਹ ਦੇ ਨਾਲ ਮੁਲਾਕਾਤ ਨਹੀਂ ਕੀਤੀ, ਉਸ ਨੂੰ ਦਰਸ਼ਨ ਨਹੀਂ ਦਿੱਤੇ। ਮੈਂ ਫਿਰ ਦੱਸ ਦਵਾਂ ਕਿ ਕੇਵਲ ਇੱਕ ਸਰੋਤ ਦੇ ਵਿੱਚ ਇਸ ਮੁਲਾਕਾਤ ਦਾ ਜ਼ਿਕਰ ਆਉਂਦਾ ਹੈ, ਬਾਕੀ ਸਿੱਖ ਇਤਿਹਾਸ ਦੇ ਸਰੋਤ ਜਿਹੜੇ ਨੇ ਉਹ ਇਸ ਮੁਲਾਕਾਤ ਦੀ ਪੁਸ਼ਟੀ ਨਹੀਂ ਕਰਦੇ। ਬਾਕੀ ਅਗਲੇ ਪੜਾਅ ਦੇ ਵਿੱਚ ਗੁਰੂ ਸਾਹਿਬ ਦੇ ਬਾਰੇ ਗੱਲਬਾਤ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।